ਹਾਂਜੀ ਸਾਥੀਓ, ਮੈਂ ਹਾਂ ਤੁਹਾਡਾ ਆਪਣੇ ਸਾਥੀ ਰਣਜੀਤ ਰਾਣਾ। ਮੇਰੇ ਵੱਲੋਂ ਸਾਰਿਆਂ ਨੂੰ ਲਾਲ ਸਲਾਮ। ਅੱਜ ਮੈਂ ਆਪਣੀ ਵਾਰਤਾ ਦੀ ਅਗਲੀ ਕੜੀ ਐਪੀਸੋਡ 28 ਤੁਹਾਡੇ ਲੈ ਕੇ ਹਾਜ਼ਰ ਹੋ ਰਿਹਾ, ਅਤੇ ਇਸ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਲੀਗਲ ਆਸਪੈਕਟ ਜੋ ਪ੍ਰਿਥੀਪਾਲ ਰੰਧਾਵੇ ਦੀ ਸ਼ਹਾਦਤ ਤੋਂ ਮਗਰੋਂ ਉਸ ਦਾ ਕੇਸ ਚੱਲਿਆ ਅਤੇ ਕੇਸ ਕਿਸ ਤਰ੍ਹਾਂ ਲੜਿਆ ਗਿਆ ਅਤੇ ਕਿਹੜੇ ਉਹਦੇ ਵਿੱਚ ਅਹਿਮ ਗੱਲਾਂ ਹੋਈਆਂ। ਸੋ ਬਾਕੀ ਤਾਂ ਗੱਲਾਂ ਆਪਾਂ ਤਕਰੀਬਨ ਸਾਰੀਆਂ ਕਰ ਹੀ ਚੁੱਕੇ ਹਾਂ, ਅਤੇ ਗੱਲ ਆਪਣੀ 18-19 ਜੁਲਾਈ ਤੋਂ ਮਗਰੋਂ ਤੋਂ ਸ਼ੁਰੂ ਹੁੰਦੀ ਹੈ। ਪਰ ਉਹ ਗੱਲ ਪੂਰੀ ਕਰਨ ਦੇ ਲਈ ਇੱਕ ਸੱਜਣ ਦੀ ਜਾਣ ਪਛਾਣ ਕਰਵਾਉਣੀ ਇਸ ਸਟੇਜ 'ਤੇ ਜ਼ਰੂਰੀ ਹੈ ਤੁਹਾਡੇ ਸਾਰਿਆਂ ਨਾਲ, ਕਿਉਂਕਿ ਉਸ ਦੀ ਅਹਿਮ ਭੂਮਿਕਾ ਰਹੀ ਹੈ ਇਸ ਕੇਸ ਦੇ ਵਿੱਚ ਸ਼ਹਾਦਤ ਤੋਂ ਮਗਰੋਂ। ਉਸ ਦੀ ਸ਼ਾਇਦ ਪਹਿਲਾਂ ਵੀ ਹੋਵੇ, ਲੇਕਿਨ ਮੈਂ ਉਸ ਦੇ ਬਾਰੇ ਜ਼ਿਆਦਾ ਨਹੀਂ ਜਾਣ ਸਕਦਾ। ਉਹ ਸੱਜਣ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਪ੍ਰਿਥੀਪਾਲ ਰੰਧਾਵੇ ਦੀ ਸ਼ਹਾਦਤ ਤੋਂ ਪਹਿਲਾਂ ਸਾਲ ਡੇਢ ਸਾਲ ਵਿੱਚ ਯੂਨੀਵਰਸਿਟੀ ਦੇ ਵਿੱਚ ਹੀ ਵਿਚਰਦਾ ਸੀ। ਉਹ ਸਟੂਡੈਂਟ ਤਾਂ ਨਹੀਂ ਸੀ, ਪਰ PSU ਦੇ ਜੋ ਮੈਂਬਰ ਸੀ ਅਤੇ ਹੋਰ ਜੋ ਹਮਦਰਦ ਸੀ ਉਹਨਾਂ ਦੇ ਆਲੇ ਦੁਆਲੇ ਉਹ ਰਹਿੰਦਾ ਸੀ, ਗੁਜ਼ਰਦਾ ਸੀ। ਅਤੇ ਉਸ ਦਾ ਹੁਣ ਮੈਂ ਬੈਸਟ PSU ਨਾਲ ਕੀ ਸੰਬੰਧ ਹੋ ਸਕਦਾ ਉਸ ਨੂੰ ਜੇ ਮੈਂ ਬਿਆਨ ਕਰ ਸਕਾਂ ਤਾਂ ਮੈਂ ਇੰਨਾ ਹੀ ਵੱਧ ਤੋਂ ਵੱਧ ਕਹਿ ਸਕਦਾ ਕਿ ਉਹ PSU ਦਾ ਪੋਲੀਟੀਕਲ ਆਈਡੀਆਲੋਗ ਸੀ, ਅਤੇ ਜੋ ਕੁਛ ਖਾਸ ਮੈਂਬਰਾਂ ਨਾਲ ਹੀ ਜ਼ਿਆਦਾ ਗੱਲਬਾਤ ਤਾਂ ਕਰਦਾ ਸੀ, ਜਿਸ ਦੇ ਵਿੱਚ ਮੈਂ ਸ਼ਾਮਿਲ ਨਹੀਂ ਸੀ। ਅਤੇ ਲੇਕਿਨ ਇਹ ਕਿ ਜਨਰਲ ਡਿਸਕਸ਼ਨ ਦੇ ਤੌਰ 'ਤੇ ਉਹਦੇ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਸੀ। ਰਹਿੰਦਾ ਵੀ ਉਹ ਆਪਣੇ ਵਿੱਚ ਹੀ ਸੀ ਸਾਰਿਆਂ ਦੇ, ਖਾਂਦਾ ਪੀਂਦਾ ਵੀ ਆਪਣੇ ਨਾਲ ਸੀ, ਅਤੇ ਆਪਣੇ 'ਚ ਵੀ ਕਿਸੇ ਨਾ ਕਿਸੇ ਕਮਰੇ 'ਚ ਸੌਂ ਜਾਂਦਾ ਸੀ। ਅਤੇ ਸੋ ਇਸ ਕਰਕੇ ਉਸ ਦਾ ਸਮਝਿਆ ਜਾ ਸਕਦਾ ਕਿ PSU ਦੇ ਨਾਲ ਕਿੰਨਾ ਗੂੜ੍ਹਾ ਸੰਬੰਧ ਹੋਊਗਾ, ਅਤੇ ਜੋ ਘਟਨਾਵਾਂ ਵਾਪਰ ਰਹੀਆਂ ਸੀਗੀਆਂ ਉਹਦੇ ਨਾਲ ਕਿੰਨਾ ਗੂੜ੍ਹਾ ਸੰਬੰਧ ਹੋਊਗਾ। ਇਸ ਤੋਂ ਵੱਧ ਮੈਂ ਉਸ ਦੇ ਸੰਬੰਧ ਵਿੱਚ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇੰਟਰੋਡਕਸ਼ਨ ਦੇ ਸੰਬੰਧ ਵਿੱਚ। ਲੇਕਿਨ 18-19 ਜੁਲਾਈ ਦੀ ਰਾਤ ਤੋਂ ਮਗਰੋਂ ਜਦ ਸਾਡੇ ਸਾਥੀ ਦੀ ਸ਼ਹਾਦਤ ਹੋ ਗਈ, ਤਾਂ ਜਿੰਨਾ ਵੱਡਾ ਪਹਾੜ ਪ੍ਰਿਥੀਪਾਲ ਰੰਧਾਵੇ ਦੇ ਸਹੁਰਿਆਂ ਦੇ ਉੱਪਰ, ਕੁਲਦੀਪ, ਉਸਦੇ ਮਾਂ ਪਿਓ, ਉਸਦੇ ਭੈਣ ਭਰਾ, ਅਤੇ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਸੀ ਕਿ ਉਹਨਾਂ ਸਾਰਿਆਂ ਦੇ ਵਿੱਚੋਂ ਉਸ ਨੂੰ ਚੁੱਕ ਕੇ ਲਗਾਏ ਸੀ, ਅਤੇ ਜਿੰਨਾ ਵੱਡਾ ਸ਼ੌਕ ਸੀਗਾ ਉਹਨਾਂ ਦੇ ਵਿੱਚ ਉਸ ਬੰਦੇ ਦੀ ਜਾ ਕੇ ਉਸ ਨੂੰ ਠਹਿਰਨਾ ਪਿਆ ਜਾਂ ਠਹਿਰਾਇਆ ਗਿਆ, ਇਸ ਨੂੰ ਜਿਸ ਤਰ੍ਹਾਂ ਵੀ ਸਮਝਿਆ ਜਾਵੇ। ਅਤੇ ਮੇਰਾ ਖਿਆਲ ਹੈ ਵੀ ਇਸ ਸਟੇਜ 'ਤੇ ਉਸ ਪਰਿਵਾਰ ਨੂੰ ਮਦਦ ਦੀ, ਗਾਈਡੈਂਸ ਦੀ ਅਤੇ ਸਹਾਰੇ ਦੀ, ਮਾਨਸਿਕ ਸਹਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਅਤੇ ਇਸ ਕਰਕੇ ਉਸ ਦਾ ਜੋ ਡੇਰਾ ਸੀ PAU ਤੋਂ ਉੱਠ ਕੇ ਉਹਨਾਂ ਦੇ ਘਰ ਵਿੱਚ ਚਲਾ ਗਿਆ, ਅਤੇ ਬੇਸਿਕਲੀ ਜੋ ਵੀ ਘਟਨਾ ਪਰਿਵਾਰ ਦੇ ਨਾਲ ਵਾਪਰਦੀ ਸੀ ਉਸ ਦਾ ਉਹ ਸੂਤਰਧਾਰ ਮੈਂ ਉਸ ਨੂੰ ਸਮਝਦਾ। ਅਤੇ ਉਸ ਦੇ ਆਸਪੈਕਟ ਦੇ ਵਿੱਚ, ਲੀਗਲ ਆਸਪੈਕਟ ਦੇ ਵਿੱਚ ਜਾਂ ਹੋਰ ਕਿਸੇ ਆਸਪੈਕਟ ਦੇ ਵਿੱਚ ਹੀ ਪ੍ਰਿਥੀਪਾਲ ਰੰਧਾਵੇ ਸੰਬੰਧੀ ਉਸ ਨਾਲ ਸਾਰੀ ਗੱਲ ਕੀਤੀ ਜਾਂਦੀ ਸੀ। ਅਤੇ ਇਸੇ ਤਰ੍ਹਾਂ ਸਾਡੀ ਵਾਰਤਾ ਅੱਗੇ ਉਸ ਤੋਂ ਸ਼ੁਰੂ ਹੋ ਜਾਂਦੀ ਹੈ ਇਸ ਇੰਟਰੋਡਕਸ਼ਨ ਤੋਂ ਮਗਰੋਂ। ਅਤੇ ਤਕਰੀਬਨ 3-4 ਦਿਨ ਦੇ ਬਾਅਦ ਜਦੋਂ ਪੁਲਿਸ ਨੂੰ ਇਹ ਕੇਸ ਇਨਵੈਸਟੀਗੇਟ ਉਹਨੇ ਕਰ ਲਿਆ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਰਾ ਕਿਸ ਤਰ੍ਹਾਂ ਵਾਪਰਿਆ, ਤਾਂ ਮੈਨੂੰ ਉਹਨਾਂ ਨੇ ਦੱਸਿਆ ਵੀ ਉਹ ਫਲਾਨੀ ਥਾਂ 'ਤੇ ਲਿਜਾ ਕੇ ਪ੍ਰਿਥੀਪਾਲ ਰੰਧਾਵੇ ਨੂੰ ਸ਼ਹੀਦ ਕੀਤਾ ਗਿਆ। ਅਤੇ ਇਹ ਘਟਨਾ ਜਾਂ ਉਹ ਜਗ੍ਹਾ
ਜਿਸ ਜਗ੍ਹਾ 'ਤੇ ਸਾਡੇ ਸਾਥੀ ਨੂੰ ਸ਼ਹੀਦ ਕੀਤਾ ਗਿਆ, ਮੇਰੇ ਵਾਸਤੇ ਇੰਨੀ ਅਹਿਮੀਅਤ ਰੱਖਦੀ ਸੀ ਵੀ ਜਿਵੇਂ ਕਿਸੇ ਲਈ ਮੱਕਾ ਹੋ ਸਕਦਾ, ਕਿਸੇ ਲਈ ਹੋਰ ਤੀਰਥ ਸਥਾਨ ਹੋ ਸਕਦਾ, ਅਤੇ ਮੇਰੇ ਲਈ ਆਪਣੇ ਸਾਥੀ ਦੇ ਆਖਰੀ ਸਾਹਾਂ ਦੇ ਨੇੜੇ ਹੋਣਾ ਬਹੁਤ ਹੀ ਇਮੋਸ਼ਨਲ ਇਸ਼ੂ ਸੀ ਮੇਰੇ ਲਈ। ਅਤੇ ਮੈਂ ਹੋਰਾਂ ਲਈ ਵੀ ਹੋਏਗਾ। ਅਤੇ ਮੈਂ ਉਸ ਸੱਜਣ ਕੋਲੇ ਗੱਲ ਕੀਤੀ ਵੀ ਉੱਥੇ ਅਗਰ ਦੇਖਣਾ ਚਾਹੁੰਦੇ ਆ, ਜਾਂ ਤੁਸੀਂ ਵੀ ਦੇਖਣਾ ਚਾਹੁੰਦੇ ਆ, ਜਾਂ ਪਰਿਵਾਰ ਵੀ ਦੇਖਣਾ ਚਾਹੁੰਦਾ, ਵੀ ਮੈਂ ਵੀ ਦੇਖਣਾ ਚਾਹੁੰਦਾ ਵੀ ਉੱਥੇ ਪੁਲਿਸ ਲਿਜਾਣ ਵਾਸਤੇ ਤਿਆਰ ਹੈਗੀ ਆ। ਅਤੇ ਉਹਨਾਂ ਨੇ ਮੈਨੂੰ ਇਹ ਸੁਨੇਹਾ ਦਿੱਤਾ, ਅਤੇ ਉਸ ਨੇ ਮੈਨੂੰ ਇਸ ਤਰ੍ਹਾਂ ਰਿਬਫ ਕੀਤਾ, ਤੂੰ ਇਹਦੇ 'ਚੋਂ ਕੀ ਕੱਢਣਾ ਚਾਹੁੰਦਾ, ਪੁਲਿਸ ਦਾ ਕੰਮ ਹੈ, ਪੁਲਿਸ ਨੂੰ ਕਰਨ ਦੇ। ਇਹੋ ਜਿਹਾ ਰਿਬਫਿੰਗ ਅਤੇ ਕੋਲਡ ਬਲੱਡਡ ਰਿਸਪੌਂਸ ਇਹੋ ਜਿਹੇ ਸੰਗੀਨ ਮਾਮਲੇ ਦੇ ਸੰਬੰਧ 'ਚ ਅਤੇ ਇਮੋਸ਼ਨਲ ਮਾਮਲੇ ਦੇ ਸੰਬੰਧ 'ਚ ਮੈਂ ਕਿਸੇ ਤੋਂ ਵੀ ਆਸ ਨਹੀਂ ਕਰ ਸਕਦਾ ਵੀ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈਗਾ। ਐਟਲੀਸਟ ਹਿਊਮਨ ਲੈਵਲ 'ਤੇ ਜੇ ਤੁਸੀਂ ਐਨਾਲੀਟੀਕਲੀ ਇਹਨੂੰ ਹੋਰ ਕਿਸੇ ਢੰਗ ਨਾਲ ਵੀ ਸੋਚਦੇ ਹੋਵੋ। ਅਤੇ ਮੈਂ ਠਠੰਬਰ ਕੇ ਚੁੱਪ ਹੋ ਗਿਆ। ਸਮਹਾਉ ਵੀ ਉਹਨਾਂ ਲੋਕਾਂ ਦਾ ਜੋ ਪੋਲੀਟੀਕਲ ਆਈਡੀਆਲੋਗ ਸੀਗੇ PSU ਦੇ, ਉਹਨਾਂ ਦਾ ਔਰਾ ਜਾਂ ਇਮੇਜ ਇੰਨਾ ਵੱਡਾ ਬਣਾਇਆ ਹੋਇਆ ਸੀ ਵੀ ਇਹ ਸਭ ਕੁਛ ਜਾਣਨ ਵਾਲੇ ਆ, ਅਤੇ ਸਭ ਤੋਂ ਮਹਾਨ ਅਤੇ ਬਹੁਤ ਜ਼ਿਆਦਾ ਇੰਟੈਲੀਜੈਂਟ ਲੋਕ ਹੈਗੇ ਆ ਵੀ ਜਿਨ੍ਹਾਂ ਨੂੰ ਸਭ ਕੁਛ ਹੀ ਪਤਾ ਹੈ। ਅਤੇ ਇਸ ਗੱਲ ਦੇ ਵਿੱਚੋਂ ਜਦੋਂ ਕੋਈ ਆਦਮੀ ਤੁਹਾਡੇ ਨਾਲ ਇਸ ਤਰ੍ਹਾਂ ਬੋਲੇ ਤਾਂ ਮੇਰਾ ਖਿਆਲ ਹੈ ਵੀ ਤੁਹਾਨੂੰ ਚੁੱਪ ਹੋਣਾ ਹੀ ਪੈਂਦਾ। ਅਤੇ ਮੈਂ ਇੱਕਦਮ ਉੱਥੇ ਚੁੱਪ ਹੋ ਗਿਆ, ਅਤੇ ਉਸ ਤੋਂ ਮਗਰੋਂ ਮੇਰੀ ਜੋ ਉਹਦੇ ਨਾਲ ਸਿੱਧੀ ਗੱਲਬਾਤ ਸੀ ਉਹ ਵੀ ਘੱਟ ਗਈ। ਅਤੇ ਬਾਕੀ ਪੁਲਿਸ ਦੇ ਨਾਲ ਜਿਹੜੀ ਆ ਕੋਆਪਰੇਸ਼ਨ ਵੀ ਘੱਟ ਗਈ, ਕਿਉਂਕਿ ਸੋਰਸ ਜੋ ਸੀ ਕੋਆਪਰੇਸ਼ਨ ਦਾ ਬੇਸਿਕਲੀ ਮੇਰੇ ਨਾਲ ਹੀ ਉਹ ਕਰਦੇ ਸੀ, ਜਾਂ ਸਿੱਧੇ ਉਹ ਘਰ ਦੇ ਵਿੱਚ ਜਾਂਦੇ ਸੀਗੇ। ਅਤੇ ਕੁਛ ਦਿਨਾਂ ਦੇ ਬਾਅਦ ਮੈਨੂੰ ਇਹ ਸੁਨੇਹਾ ਮਿਲਿਆ ਵੀ ਘਰਦਿਆਂ ਵੱਲੋਂ ਕੋਈ ਕੋਆਪਰੇਸ਼ਨ ਨਹੀਂ ਮਿਲ ਰਹੀ, ਪੁਲਿਸ ਵੱਲੋਂ ਇਹ ਸੁਨੇਹਾ ਮਿਲਿਆ। ਅਤੇ ਮੇਰੇ ਕੋਲ ਕਹਿਣ ਲਈ ਤਾਂ ਉਹੀ ਬੰਦੇ ਸੀਗੇ, ਅਤੇ ਮੈਂ ਉਹਨਾਂ ਨੂੰ ਕੀ ਕਹਿ ਸਕਦਾ ਸੀਗਾ। ਇੱਕ ਅੱਧੀ ਵਾਰੀ ਗੱਲ ਵੀ ਹੋਈ ਉਹਨਾਂ ਨਾਲ ਦੁਬਾਰਾ, ਕਿ ਉਹ ਕਹਿੰਦੇ ਪੁਲਿਸ ਦਾ ਕੰਮ ਹੈ ਅਤੇ ਪੁਲਿਸ ਨੂੰ ਆਪੇ ਕਰਨ ਦਿਓ। ਮੇਰੀ ਤਕਰੀਬਨ ਉੱਥੇ ਕਈਆਂ ਗੱਲਾਂ 'ਤੇ ਬਰੇਕ ਲੱਗ ਗਈ ਇਨਵੋਲਵਮੈਂਟ ਦੇ ਸੰਬੰਧ 'ਚ, ਘੱਟੋ ਘੱਟ ਲੀਗਲ ਮਾਮਲੇ ਦੇ ਇਨਵੋਲਵਮੈਂਟ ਦੇ ਸੰਬੰਧ 'ਚ। ਅਤੇ ਜੋ ਮੇਰਾ ਆਪਣੀ ਭੂਮਿਕਾ ਸੀ ਇਹਦੇ ਵਿੱਚ ਕਾਫੀ ਲਿਮਟਡ ਹੋ ਗਈ। ਅਤੇ ਇਸ ਤਰ੍ਹਾਂ ਥੋੜ੍ਹਾ ਕੇਸ ਅੱਗੇ ਚੱਲਦਾ ਰਿਹਾ। ਅਤੇ ਜੋ PSU ਦਾ ਅਤੇ ਟੋਟਲ ਔਰਗਨਾਈਜੇਸ਼ਨ ਦਾ ਜੋ ਵੀ ਇਸ ਦੇ ਪਿੱਛੇ ਵੀ ਔਰਗਨਾਈਜੇਸ਼ਨ ਸੀ, ਉਸ ਦਾ ਫੋਕਸ ਮੂਵਮੈਂਟ ਦੇ ਉੱਪਰ ਸੀ, ਅਤੇ ਹੋਣਾ ਵੀ ਚਾਹੀਦਾ ਸੀਗਾ। ਅਤੇ ਮੂਵਮੈਂਟ ਜਿਸ ਤਰ੍ਹਾਂ ਲੜੀ ਗਈ ਉਹ ਮੈਂ ਤੁਹਾਨੂੰ ਪਿਛਲੀਆਂ ਐਪੀਸੋਡਸ ਦੇ ਵਿੱਚ ਬਿਆਨ ਕਰ ਚੁੱਕਾ। ਅਤੇ ਇਸ ਦੇ ਵਿੱਚ ਜਦੋਂ ਪੁਲਿਸ ਦੀ ਕੋਆਪਰੇਸ਼ਨ ਨਹੀਂ ਸੀ ਪੁਲਿਸ ਨੂੰ ਮਿਲ ਰਹੀ, ਪਰਿਵਾਰ ਵੱਲੋਂ ਵੀ ਅਤੇ ਸਾਡੇ ਵੱਲੋਂ ਵੀ, ਅਤੇ ਇੱਕ SSP ਦਾ ਬਿਆਨ ਲੱਗਿਆ ਹੋਇਆ ਅਖਬਾਰਾਂ 'ਚ, ਮੈਨੂੰ ਉਹਨਾਂ ਦਿਨਾਂ 'ਚ ਯਾਦ ਹੈ ਕਿ ਇਹ ਆਪਣੀ ਪੋਲੀਟੀਕਲ ਕੈਪੀਟਲ ਬਣਾਉਣ ਦੇ ਵਿੱਚ ਲੱਗੇ ਹੋਏ ਆ, ਅਤੇ ਲੱਗੇ ਰਹਿਣ ਦਿਓ। ਇਸ ਕਿਸਮ ਦਾ ਸੀ ਉਸ ਦਾ ਬਿਆਨ ਲੱਗਿਆ ਹੋਇਆ। ਇੰਗਲਿਸ਼ ਦੇ ਅਖਬਾਰ ਵਿੱਚ, ਮੇਰਾ ਖਿਆਲ ਟ੍ਰਿਬਿਊਨ ਦੇ ਵਿੱਚ ਇਹ ਲੱਗਿਆ ਹੋਇਆ ਸੀ। ਅਤੇ ਹੌਲੀ ਹੌਲੀ ਗੱਲ ਅੱਗੇ ਚੱਲੀ, ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਰਹੀ। ਤਕਰੀਬਨ ਸਾਰੇ ਜੋ ਦੋਸ਼ੀ ਫੜੇ ਜਾ ਚੁੱਕੇ ਸੀਗੇ, ਅਤੇ ਜਿਸ ਦਿਨ ਉਹ ਬਲਜਿੰਦਰ ਅਤੇ ਬੇਅੰਤ ਅਤੇ ਜੱਗੀ ਤਿੰਨਾਂ ਨੂੰ ਨਿਰਲੇਪ ਕੌਰ ਨੇ ਪੇਸ਼ ਕਰਵਾਇਆ ਸੀ, ਲੇਕਿਨ ਜੋ ਕੁਛ ਉਹਨਾਂ ਦੇ ਵਿੱਚ
ਜਿਸ ਢੰਗ ਨਾਲ ਪੇਸ਼ ਕਰਵਾਇਆ ਸੀ ਉਹ ਇਸ ਤਰ੍ਹਾਂ ਸ਼ੋਅ ਕੀਤਾ ਕਿ ਬਲਜਿੰਦਰ ਨੂੰ ਬਠਿੰਡੇ ਤੋਂ ਅਰੈਸਟ ਕੀਤਾ ਅਤੇ ਬੇਅੰਤ ਤੇ ਜੱਗੀ ਨੂੰ ਕਿਸੇ ਸਾਧ ਬਣੇ ਹੋਏ ਹਰਿਆਣੇ ਵਿੱਚੋਂ ਕਿਸੇ ਜਗ੍ਹਾ ਤੋਂ ਲੁਧਿਆਣੇ ਦੇ SSP ਅਤੇ ਹੋਰਾਂ ਨੇ ਜਾ ਕੇ ਅਰੈਸਟ ਕੀਤਾ। ਉਹਦਾ ਨਾਂ ਪਾਲਾ ਅਤੇ ਵੀਰਾ, ਕੁਛ ਇਹੋ ਜਿਹੇ ਨਾਂ ਉਹਨਾਂ ਦੇ ਰੱਖੇ ਹੋਏ ਸੀਗੇ। ਇਸ ਤਰ੍ਹਾਂ ਦੀ ਕਹਾਣੀ ਉਹਨਾਂ ਨੇ ਬਣਾ ਕੇ ਪੇਸ਼ ਕੀਤੀ ਹੋਈ ਸੀ। ਅਤੇ ਨਿੱਕੀ ਜਿਹੀ ਘਟਨਾ ਮੈਂ ਰਿਲੇਟ ਕਰਨੀ ਚਾਹੁੰਦਾ ਕਿ ਜਦੋਂ ਬਲਜਿੰਦਰ ਨੂੰ ਉਹ ਪਹਿਲੇ ਦਿਨ, ਇਹਨਾਂ ਤੋਂ ਇੱਕ ਦਿਨ ਪਹਿਲਾਂ, ਇਹਨਾਂ ਦੀ ਅਰੈਸਟ ਪਾਉਣ ਤੋਂ ਇੱਕ ਦਿਨ ਪਹਿਲਾਂ ਅਰੈਸਟ ਕਰਕੇ ਲਿਆਏ, ਤਾਂ ਮੈਂ ਉਸ ਵੇਲੇ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਜੋ 4 ਨੰਬਰ ਡਿਵੀਜ਼ਨ ਦੇ ਅੱਗੋਂ ਦੀ ਮੇਰਾ ਰਸਤਾ ਸੀ ਜਾਣ ਦਾ, ਤਾਂ ਮੇਰੇ ਕੋਲ ਦੀ ਇੱਕ ਜੀਪ ਲੰਘੀ ਅਤੇ ਉਹ ਜੀਪ ਜੋ ਕੋਲ ਦੀ ਲੰਘੀ ਤਾਂ ਮੈਂ ਉਹਦੇ ਵਿੱਚ ਬਲਜਿੰਦਰ ਨੂੰ ਦੇਖਿਆ ਨਾਲ ਕੁਛ ਪੁਲਿਸ ਕਰਮਚਾਰੀਆਂ ਦੇ, ਅਤੇ ਜਿਸ ਦਾ ਮਤਲਬ ਸੀ ਵੀ ਅਰੈਸਟ ਕਰਕੇ ਉਸ ਨੂੰ 4 ਨੰਬਰ ਡਿਵੀਜ਼ਨ ਦੇ ਵਿੱਚ ਲਿਜਾ ਰਹੇ ਆ। ਅਤੇ ਮੈਂ ਕੁਛ ਮਿੰਟ ਬਾਅਦ ਵਿੱਚ ਦੀ ਮੈਂ ਉੱਥੇ ਥਾਣੇ ਵਿੱਚ ਚਲਿਆ ਗਿਆ ਅਤੇ ਉੱਥੇ DSP ਰੇਸ਼ਮ ਸਿੰਘ ਸੀ ਅਤੇ ਬਾਕੀ ਪੁਲਿਸ ਵਾਲੇ ਸੀ, ਅਤੇ ਬਲਜਿੰਦਰ ਨੂੰ ਇੱਕ ਹੋਰ ਕਮਰੇ 'ਚ ਉਹਨਾਂ ਨੇ ਰੱਖਿਆ ਹੋਇਆ ਸੀ। ਅਤੇ ਉਹਨਾਂ ਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ ਵੀ ਮੈਂ ਕਿਸ ਤਰ੍ਹਾਂ ਉਸ ਨੂੰ ਦੇਖ ਲਿਆ, ਅਤੇ ਉਹ ਆਪਣੇ ਵੱਲੋਂ ਕਾਫੀ ਲੁਕੋ ਕੇ ਲਿਆਏ ਸੀ। ਸਮਹਾਉ ਵੀ ਉਹ PSU ਦੀ ਜਿਹੜੀ ਇੰਟੈਲੀਜੈਂਸ ਹੈ ਉਸ ਨੂੰ ਵੀ ਸਮਝਦੇ ਸੀਗੇ ਵੀ ਇਹਨਾਂ ਕੋਲ ਇੰਟੈਲੀਜੈਂਸ ਹੈ, ਪਰ ਇਹ ਇੱਕ ਪਰ ਚਾਂਸ ਸੀ ਵੀ ਜਿਹੜਾ ਉਹ ਉਸ ਨਾਲ ਮੇਰਾ ਇਸ ਤਰ੍ਹਾਂ ਐਨਕਾਊਂਟਰ ਹੋਇਆ ਅਤੇ ਉਸ ਨੂੰ ਮੈਂ ਦੇਖ ਸਕਿਆ ਅਤੇ ਥਾਣੇ ਵਿੱਚ ਚਲਿਆ ਗਿਆ। ਖੈਰ ਇਸ ਗੱਲ ਦਾ ਉਹਨਾਂ 'ਤੇ ਕੀ ਇੰਪਰੈਸ਼ਨ ਪਿਆ ਉਹ ਇਹੋ ਜਿਹਾ ਹੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਬਿਆਨ ਕਰ ਦਿੱਤਾ। ਅਤੇ ਉਸ ਦੇ ਵਿੱਚੋਂ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਰਹੀ, ਜਿਸ ਦੇ ਨਾਲ ਕੋਈ ਸਾਡਾ ਬਹੁਤਾ ਰਾਬਤਾ ਨਹੀਂ ਹੋਇਆ, ਅਤੇ ਜਿਸ ਦਾ ਮਤਲਬ ਇਹ ਹੈ ਕਿ ਸਾਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਦੀਆਂ ਗਹਿਰਾਈਆਂ ਦਾ ਅਤੇ ਉਹਦੇ ਵਿੱਚ ਕੋਈ ਭੂਮਿਕਾ ਅਸੀਂ ਵਕੀਲਾਂ ਰਾਹੀਂ ਤਿਆਰ ਕਰਕੇ ਅਤੇ ਵਕੀਲਾਂ ਦੀ ਸਲਾਹ ਨਾਲ ਉਹਦੇ ਵਿੱਚ ਜ਼ਿਆਦਾ ਨਿਭਾ ਸਕਦੇ, ਕੇਸ ਬੈਟਰ ਤਿਆਰ ਕਰ ਸਕਦੇ। ਇਹ ਮੈਂ ਸਮਝਦਾ ਵੀ ਇਸ ਸਟੇਜ 'ਤੇ ਜਦੋਂ ਮੈਂ ਅੱਜ ਸੋਚਦਾ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ ਉਸ ਸਮੇਂ ਵਿੱਚ ਸਾਡਾ ਇਨਵੋਲਵ ਹੋਣਾ ਅਤੇ ਸਾਡਾ ਡੀਪਲੀ ਇਹਦੇ ਵਿੱਚ ਇਸ ਕੇਸ ਨੂੰ ਤਿਆਰ ਕਰਵਾਉਣ ਦੇ ਵਿੱਚ ਭੂਮਿਕਾ ਰੱਖਣੀ। ਅਤੇ ਇਹ ਚੀਜ਼ ਅੱਜ ਮੈਂ ਕਹਿ ਸਕਦਾ ਕਿਉਂਕਿ ਮੈਂ ਇਸ ਕੇਸ ਤੋਂ ਬਾਅਦ, ਉਦੋਂ ਤਾਂ ਮੈਨੂੰ ਵੀ ਇੰਨੀ ਜ਼ਿਆਦਾ ਸਮਝ ਨਹੀਂ ਸੀ, ਲੇਕਿਨ ਇਸ ਕੇਸ ਤੋਂ ਬਾਅਦ ਮੈਂ ਕੁਛ ਕੇਸ ਬਹੁਤ ਗਹਿਰਾਈ ਨਾਲ ਇਨਵੋਲਵ ਹੋ ਕੇ ਲੜੇ ਅਤੇ ਉਹਨਾਂ ਦਾ ਨਤੀਜਾ ਵੀ ਕੁਛ ਵੱਖਰਾ ਨਿਕਲਿਆ। ਸੋ ਮੈਂ ਕਹਿੰਦਾ ਵੀ ਇੱਕ ਸਾਡੀ ਉੱਥੇ ਬਹੁਤ ਵੱਡੀ ਫੇਲੀਅਰ ਹੋਈ, ਜਿਹੜਾ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੋਆਪਰੇਟ ਨਹੀਂ ਕੀਤਾ ਅਤੇ ਚੰਗੀ ਤਰ੍ਹਾਂ ਕੇਸ ਦੀਆਂ ਸਮਝ ਕੇ ਗਹਿਰਾਈਆਂ ਉਹਦੇ ਵਿੱਚ ਕੇਸ ਉਸ ਢੰਗ ਨਾਲ ਤਿਆਰ ਨਹੀਂ ਕਰਵਾਇਆ। ਅਤੇ ਉਹਦੇ 'ਚੋਂ ਇੱਕ ਵੱਡੀ ਮੈਂ ਖਾਮੀ ਜੋ ਹੋਣੀ ਤੁਹਾਨੂੰ ਦੱਸ ਸਕਦਾ, ਜਿਸ ਦਾ ਨਤੀਜਾ ਬਾਅਦ ਵਿੱਚ ਪਤਾ ਲੱਗਦਾ, ਉਹ ਇਹ ਕਿ ਸਾਰੇ ਭਰੇ ਪਰਿਵਾਰ 'ਚੋਂ ਪ੍ਰਿਥੀਪਾਲ ਰੰਧਾਵੇ ਨੂੰ ਅਬਡਕਟ ਕੀਤਾ ਗਿਆ, ਜਿਸ ਵਿੱਚ ਕੁਲਦੀਪ ਉਸ ਦੀ ਵਾਈਫ ਵੀ ਸੀ ਉਹਦੇ ਸਾਹਮਣੇ, ਅਤੇ ਉਹਨਾਂ ਨੇ ਸਟਰਗਲ ਵੀ ਕੀਤਾ। ਉਹਦੀ ਸਾਲੀ ਵੀ ਸੀ, ਉਸ ਦੇ ਦੋਨੇ ਸਾਲੇ ਵੀ ਸੀ, ਅਤੇ ਉਸ ਦਾ ਸੱਸ ਸਹੁਰਾ ਵੀ ਸੀ। ਅਤੇ ਉਹਨਾਂ 'ਚੋਂ ਉਸ ਦੇ ਸਾਲੇ ਨੇ ਤਾਂ FIR ਲਿਖਵਾਈ ਸੀਗੀ, ਵੱਡੇ ਸਾਲੇ ਨੇ, ਜਿਸ ਦਾ ਨਾਂ ਸੁਰਜੀਤ ਸਿੰਘ ਸੀ, ਅਤੇ ਲੇਕਿਨ ਹੋਰ ਕਿਸੇ ਦੀ ਗਵਾਹੀ, ਸਿਰਫ ਇੱਕ ਪ੍ਰਿਥੀਪਾਲ ਰੰਧਾਵੇ ਦੀ ਸੱਸ, ਮਤਲਬ ਇਹ ਕਿ ਕੁਲਦੀਪ ਦੀ ਮਾਂ ਦੀ ਗਵਾਹੀ ਸੀ, ਜਿਸ ਨੇ ਵੀ ਜਿਹੜਾ ਉਹ ਆਦਮੀ ਪਹਿਲਾਂ ਆ ਕੇ ਬੈਂਚ 'ਤੇ ਬੈਠਾ ਇੱਕ ਪੇਸ਼ੈਂਟ ਬਣ ਕੇ, ਉਸ ਦਾ ਨਾਂ ਚੰਦਨਪ੍ਰੀਤ ਸੀ, ਵੀ ਉਸ ਨੂੰ ਦੇਖਿਆ। ਅਤੇ ਹੋਰ ਕੁਲਦੀਪ ਦੀ ਜਾਂ ਹੋਰ ਕਿਸੇ ਦੀ ਵੀ ਗਵਾਹੀ ਨਹੀਂ ਸੀ। ਅਤੇ ਉਹਨਾਂ ਦੀ ਮਦਰ ਜੋ ਸੀ ਉਸ ਵੇਲੇ ਮੇਰਾ ਖਿਆਲ ਹੈ ਵੀ ਘੱਟੋ ਘੱਟ 50s 'ਚ ਹੋਊ, ਜੇ 60s ਦੇ ਵਿੱਚ ਨਹੀਂ ਵੀ ਸੀ। ਅਤੇ ਇਹ ਇੱਕ ਬਾਅਦ ਵਿੱਚ ਬਹੁਤ ਵੱਡੀ ਖਾਮੀ ਸਾਬਤ ਹੋਈ, ਅਤੇ ਜਿਸ ਦੀ ਕੀਮਤ ਵੀ ਆਪਾਂ ਨੂੰ ਕਾਫੀ ਜ਼ਿਆਦਾ ਦੇਣੀ ਪਈ। ਉਸ ਤੋਂ ਬਾਅਦ ਵਿੱਚ ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਨਾ ਸੀ,
ਤਾਂ ਉਸ ਵੇਲੇ ਮੈਨੂੰ ਇਹ ਸੁਨੇਹਾ ਮਿਲਿਆ ਕਿ ਪੁਲਿਸ ਨਾਲ ਮੀਟਿੰਗ ਰੱਖ ਕੇ ਪੁਲਿਸ ਵੱਲੋਂ ਸੁਨੇਹਾ ਮਿਲਿਆ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਅਤੇ ਜਿਸ ਵਿੱਚ ਮੈਂ 2 ਵਕੀਲ ਜਿਹੜੇ ਕਿ PSU ਦੇ ਕਾਰਕੁਨਾਂ ਦੇ ਪੱਕੇ ਵਕੀਲ ਸੀਗੇ, ਜਿਹਦੇ 'ਚੋਂ ਇੱਕ HR ਡੋਗਰਾ ਅਤੇ ਦੂਸਰਾ ਇੱਕ ਸੇਠੀ, ਉਹ AFDR ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦਾ ਵੀ ਮੈਂਬਰ ਸੀ। ਅਤੇ ਇਹ ਸੇਠੀ ਦੇ ਦਫ਼ਤਰ ਵਿੱਚ ਉਹਨਾਂ ਨਾਲ ਮੀਟਿੰਗ ਹੋਈ ਪੁਲਿਸ ਵਿੱਚ, ਅਤੇ ਦੋਨੇ ਵਕੀਲ ਅਤੇ ਮੈਂ। ਅਤੇ ਉੱਥੇ ਉਹਨਾਂ ਨੇ ਕੁਛ ਚੀਜ਼ਾਂ ਵਿਚਾਰੀਆਂ ਚਲਾਨ ਪੇਸ਼ ਕਰਨ ਤੋਂ ਪਹਿਲਾਂ, ਅਤੇ ਉਹਦੇ ਵਿੱਚ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਵੀ ਕਿਹੜੀ ਕੋਈ ਖ਼ਾਸ ਗੱਲ ਵਿਚਾਰੀ ਹੋਵੇ। ਇੰਨਾ ਕੁ ਯਾਦ ਹੈਗਾ ਕਿ ਜਿਹੜੇ ਆਦਮੀ ਬਠਿੰਡੇ ਤੋਂ ਫੜਿਆ ਗਿਆ, ਅਤੇ ਜਿਹੜਾ ਆਦਮੀ ਵੀਰਾ ਅਤੇ ਪਾਲਾ ਇਕੱਠੇ ਫੜੇ ਗਏ ਆ, ਅਤੇ ਵੀ ਉਹਨਾਂ ਦਾ ਬਚਣਾ ਇਹਦੇ 'ਚੋਂ ਮੁਸ਼ਕਿਲ ਹੈ, ਵੀ ਉਹ ਨਹੀਂ ਬਚ ਸਕਦੇ। ਅਤੇ ਉੱਥੇ ਪੁਲਿਸ ਵਾਲੇ ਨੇ ਇੱਕ ਫਿਰ ਇਹ ਚੀਜ਼ ਦੁਹਰਾਈ ਵੀ ਸਾਨੂੰ ਘਰ ਵਾਲਿਆਂ ਵੱਲੋਂ ਕੋਈ ਸਾਨੂੰ ਕੋਆਪਰੇਸ਼ਨ ਨਹੀਂ ਮਿਲੀ, ਅਤੇ ਜਿੰਨਾ ਵੀ ਅਸੀਂ ਆਪਦੇ ਵੱਲੋਂ ਪੂਰਾ ਕਰ ਸਕੇ ਹਾਂ ਉਹ ਕੀਤਾ। ਅਤੇ ਫਿਰ ਉਹਨੇ ਇੱਕ ਸਵਾਲ ਵਕੀਲਾਂ ਵਾਸਤੇ ਨੂੰ ਵੀ ਕੀਤਾ ਵੀ ਤੁਸੀਂ ਇੰਨੇ ਚੋਟੀ ਦੇ ਵਕੀਲ ਬੈਠੇ ਆ, ਅਤੇ ਮੈਂ ਪੁਲਿਸ ਵੱਲੋਂ ਇੱਕ ਸਵਾਲ ਤੁਹਾਡੇ ਸਾਹਮਣੇ ਕਰਦਾ ਵੀ ਸਾਡਾ 10 ਪੜ੍ਹਿਆ ਮੁਨਸ਼ੀ ਹੈ ਜਿਹੜਾ ਕੇਸ ਤਿਆਰ ਕਰਦਾ, ਜਿਹੜਾ ਸਾਰੇ ਬਿਆਨ ਲਿਖਦਾ, ਅਤੇ ਵੀ ਸਾਡੇ 'ਤੇ ਥੋੜ੍ਹਾ ਜਿਹਾ ਰਹਿਮ ਕਰਿਆ ਕਰੋ। ਅਤੇ ਉਹ ਵਕੀਲ ਹੱਸ ਕੇ ਕਹਿੰਦੇ ਡੋਗਰਾ ਹੋਣੀ ਕਿ ਉਹ ਤਾਂ ਸਾਡਾ ਕੰਮ ਹੈ, ਅਤੇ ਉਹ ਤਾਂ ਅਸੀਂ ਫਿਰ ਵੀ ਕਰਾਂਗੇ। ਸੋ ਇਸ 'ਤੇ ਆ ਕੇ ਗੱਲ ਖ਼ਤਮ ਹੋਈ, ਅਤੇ ਉਸ ਤੋਂ ਮਗਰੋਂ ਪੁਲਿਸ ਨੇ ਚਲਾਨ ਪੇਸ਼ ਕੀਤਾ। ਸੋ ਸਾਥੀਓ, ਮੈਂ ਅੱਜ ਦੀ ਗੱਲਬਾਤ ਇੱਥੇ ਹੀ ਸਟਾਪ ਕਰਦਾ, ਅਤੇ ਤੁਹਾਤੋਂ ਇਸ ਨੂੰ ਬੰਦ ਕਰਨ ਦੀ ਇਜਾਜ਼ਤ ਲੈਂਦਾ, ਅਤੇ ਇਸ ਦੇ ਨਾਲ ਹੀ ਸਾਰੇ ਸਾਥੀਆਂ ਨੂੰ ਲਾਲ ਸਲਾਮ। ਇਸ ਤੋਂ ਅੱਗੇ ਜੋ ਕੇਸ ਦੀਆਂ ਪ੍ਰੋਸੀਡਿੰਗਸ ਹੋਈਆਂ ਅਤੇ ਕਿਸ ਢੰਗ ਨਾਲ ਹੋਈਆਂ, ਉਹ ਆਪਾਂ ਅਗਲੀ ਕੜੀ ਦੇ ਵਿੱਚ ਸਾਂਝੀਆਂ ਕਰਾਂਗੇ। ਸੋ ਤੁਹਾਡਾ ਸਾਥੀ ਰਣਜੀਤ ਰਾਣਾ।